ਸੋ ਲਾਸਟ ਲੈਕਚਰ ਦੇ ਵਿੱਚ ਆਪਾਂ ਡਿਸਕਸ ਕੀਤਾ ਸੀਗਾ ਕਿ ਬਿਲਡਿੰਗ ਬਾਇਲਾਜ਼ ਜਿਹੜੇ ਹੈਗੇ ਨੇ ਉਹਨਾਂ ਦੀ ਕੀ ਇੰਪੋਰਟੈਂਸ ਹੈਗੀ ਹੈ, ਉਹ ਕਿੱਥੇ ਸਾਡੇ ਐਪਲੀਕੇਬਲ ਹੁੰਦੇ ਨੇ ਤੇ ਕੌਣ ਉਹਨੂੰ ਫਰੇਮ ਕਰਦਾ ਹੈ ਔਰ ਉਹਦਾ ਮਕਸਦ ਕੀ ਹੈਗਾ ਬਿਲਡਿੰਗ ਬਾਇਲਾਜ਼ ਦਾ। ਠੀਕ ਹੈ, ਅੱਜ ਅਸੀਂ ਗੱਲ ਕਰਾਂਗੇ ਕਿ ਬਿਲਡਿੰਗ ਬਾਇਲਾਜ਼ ਕਿਉਂਕਿ ਇੱਕ ਲਾਅ ਹੈਗਾ ਹੈ, ਸੋ ਇਹਦੀਆਂ ਡੈਫੀਨੇਸ਼ਨ ਹੁੰਦੀਆਂ ਨੇ। ਕੋਈ ਵੀ ਲਾਅ ਆਪਾਂ ਦੇਖਾਂਗੇ, ਹਰੇਕ ਲਾਅ ਦੇ ਵਿੱਚ ਡੈਫੀਨੇਸ਼ਨ ਆਉਂਦੀਆਂ ਹੈ। ਸੋ ਆਪਾਂ ਆਪਣੇ ਬਿਲਡਿੰਗ ਬਾਇਲਾਜ਼ ਜਿਹੜੇ ਬਿਲਡਿੰਗ ਨਾਲ ਰਿਲੇਟਡ ਨੇ ਉਹਨਾਂ ਦੀ ਅੱਜ ਆਪਾਂ ਡੈਫੀਨੇਸ਼ਨਸ ਨੂੰ ਰੀਡ ਕਰਾਂਗੇ। ਇਹਦੇ ਵਿੱਚ ਜਿਹੜੀਆਂ ਅਸੀਂ ਡੈਫੀਨੇਸ਼ਨਸ ਪੜ੍ਹਨੀਆਂ ਨੇ ਉਹ ਪੰਜਾਬ ਮਿਊਨਿਸਪਲ ਬਿਲਡਿੰਗ ਬਾਇਲਾਜ਼ 2018 ਦੇ ਬੇਸ ਦੇ ਉੱਤੇ ਹੋਣਗੀਆਂ। ਠੀਕ ਹੈ, ਡਿਪਾਰਟਮੈਂਟ ਆਫ ਲੋਕਲ ਗਵਰਨਮੈਂਟ ਹੈਗਾ ਪੰਜਾਬ ਦਾ ਇੱਕ ਡਿਪਾਰਟਮੈਂਟ ਹੈ ਜਿਨ੍ਹਾਂ ਨੇ ਇਹ 2018 ਵਿੱਚ ਨੋਟੀਫਾਈ ਕੀਤਾ ਸੀ ਪੰਜਾਬ ਮਿਊਨਿਸਪਲ ਬਿਲਡਿੰਗ ਬਾਇਲਾਜ਼। ਠੀਕ ਹੈ, ਔਰ ਇਹਦੇ ਵਿੱਚ ਸਾਰੇ ਮਿਊਨਿਸਪਲ ਕਾਰਪੋਰੇਸ਼ਨਸ, ਮਿਊਨਿਸਪਲ ਕਾਉਂਸਿਲਸ ਜਾਂ ਨਗਰ ਪੰਚਾਇਤ ਐਕਸੈਕਟਰਾ ਇਹਦੇ ਅੰਡਰ ਕਵਰ ਹੋ ਰਹੀਆਂ ਨੇ ਔਰ ਗਵਰਨਮੈਂਟ ਦੇ ਕੋਲ ਅਖਤਿਆਰ ਹੈ ਕਿ ਇਹਨੂੰ ਅੱਗੇ ਵੀ ਹੋਰ ਜਿੱਥੇ ਵੀ ਐਕਸਟੈਂਡ ਕਰਨਾ ਹੈ ਕਰ ਸਕਦੇ ਆ। ਅੱਛਾ, ਆਪਾਂ ਬਾਇਲੋ ਸਬਜੈਕਟ ਦੀ ਤਾਂ ਇੰਪੋਰਟੈਂਸ ਪੜ੍ਹ ਲਈ ਹੈ, ਬਟ ਹੁਣ ਆਪਾਂ ਗੱਲ ਕਰੀਏ ਕਿ ਡੈਫੀਨੇਸ਼ਨਸ ਅਸੀਂ ਕਿਉਂ ਪੜ੍ਹਨੀ ਹੈ। ਇਹਦੇ ਵਿੱਚ ਸਾਨੂੰ ਕੀ ਜ਼ਰੂਰਤ ਹੈ ਕਿ ਆਪਾਂ ਐਗਜ਼ੈਕਟ ਡੈਫੀਨੇਸ਼ਨਸ ਪੜ੍ਹੀਏ। ਸੋ ਸਭ ਤੋਂ ਮੇਨ ਇਹਦਾ ਮਕਸਦ ਇਹ ਹੈ ਕਿ ਇਹ ਇੱਕ ਲੀਗਲ ਡਾਕੂਮੈਂਟ ਹੈਗਾ, ਇਹਦੀ ਇੱਕ ਲੀਗਲ ਵੈਲਿਊ ਹੈ। ਠੀਕ ਹੈ, ਸੋ ਕੋਈ ਵੀ ਮੈਟਰ ਲੀਗਲੀ ਆਪਾਂ ਪਰਸਿਊ ਕਰਨਾ ਹੋਵੇ ਤਾਂ ਆਪਾਂ ਇਹਨੂੰ ਰੈਫਰ ਕਰ ਸਕਦੇ ਹਾਂ, ਡੈਫੀਨੇਸ਼ਨਸ ਨੂੰ ਰੈਫਰ ਕਰ ਸਕਦੇ ਹਾਂ। ਹਰੇਕ ਟਰਮ ਦਾ ਜਾਂ ਹਰੇਕ ਵਰਡ ਦਾ ਇੱਕ ਮਤਲਬ ਇਹਦੇ ਵਿੱਚ ਦਿੱਤਾ ਗਿਆ ਹੈ, ਉਹ ਐਗਜ਼ੈਕਟ ਆਪਾਂ ਡਿਰਾਈਵ ਕਰ ਸਕਦੇ ਹਾਂ। ਫੋਰ ਐਗਜ਼ਾਮਪਲ ਜੇ ਆਪਾਂ ਗੱਲ ਕਰੀਏ ਵਟ ਇਜ਼ ਲੋਬੀ, ਠੀਕ ਹੈ, ਤਾਂ ਹਰ ਕੋਈ ਕਹਿ ਸਕਦਾ ਕਿ ਲੋਬੀ ਮਤਲਬ ਘਰ ਦਾ ਸੈਂਟਰ ਪਲੇਸ, ਕੋਈ ਕਹੇਗਾ ਲੋਬੀ ਜਿੱਥੇ ਫੈਮਿਲੀ ਬੈਠਦੀ ਹੈ ਸਾਰਾ ਦਿਨ ਜਾਂ ਟੀਵੀ ਲੱਗਾ ਹੋ ਸਕਦਾ। ਹੁਣ ਹਰ ਕਿਸੇ ਦੀ ਆਪਣੀ ਆਪਣੀ ਡੈਫੀਨੇਸ਼ਨ ਹੈ। ਸੋ ਇੱਥੇ ਪੰਜਾਬ ਮਿਊਨਿਸਪਲ ਬਿਲਡਿੰਗ ਬਾਇਲਾਜ਼ ਲੌਬੀ ਕਿਸ ਚੀਜ਼ ਨੂੰ ਕਹਿ ਰਹੀ ਹੈ ਉਹ ਡਿਫਾਈਨ ਹੋ ਜਾਂਦਾ ਹੈ। ਠੀਕ ਹੈ, ਦੈਨ ਟੂ ਰਿਡਿਊਸ ਮਿਸਕਨਸੈਪਸ਼ਨ, ਓਬਵੀਅਸਲੀ ਅਗਰ ਕਲੈਰਿਟੀ ਹੋਊਗੀ ਤਾਂ ਮਿਸਕਨਸੈਪਸ਼ਨਸ ਘੱਟ ਹੋਣਗੀਆਂ। ਟੂ ਮੇਕ ਸ਼ੋਰ ਐਪਲੀਕੇਸ਼ਨ ਔਨ ਗਰਾਊਂਡ ਵਿਦਾਊਟ ਐਨੀ ਇਨਫਲੂਐਂਸ, ਜੇ ਕੋਈ ਚੀਜ਼ ਰਿਟਨ ਫਾਰਮ 'ਚ ਹੋਏਗੀ ਤਾਂ ਕੋਈ ਪੋਲੀਟੀਕਲ ਪ੍ਰੈਸ਼ਰ ਦੇ ਨਾਲ ਜਾਂ ਕੋਈ ਹੋਰ ਫਾਈਨੈਂਸ਼ੀਅਲ ਪ੍ਰੈਸ਼ਰ ਦੇ ਨਾਲ ਕੋਈ ਆਪਣੀ ਮਨਮਰਜ਼ੀ ਨਹੀਂ ਕਰ ਸਕਦਾ। ਰਿਟਨ ਫਾਰਮ ਦੇ ਵਿੱਚ ਜੋ ਲਿਖਿਆ ਹੋਏਗਾ ਉਹਨੂੰ ਹੀ ਫੋਲੋ ਕਰਨਾ ਪਏਗਾ। ਸੋ ਗਰਾਊਂਡ ਤੇ ਰਿਐਲਿਟੀ ਐਗਜ਼ੈਕਟ ਔਨ ਗਰਾਊਂਡ ਆਪਾਂ ਇਹਨੂੰ ਇੰਪਲੀਮੈਂਟੇਸ਼ਨ ਕਰਨ ਦੇ ਵਿੱਚ ਇੰਨਾ ਹੈਲਪ ਲੈ ਸਕਦੇ ਹਾਂ ਡੈਫੀਨੇਸ਼ਨ ਦੇ ਨਾਲ। ਕੋਈ ਲੂਪ ਹੋਲਸ ਨਹੀਂ ਹੋਣਗੇ ਇਹਦੇ ਵਿੱਚ, ਕਿਉਂਕਿ ਰਿਟਨ ਫਾਰਮੈਟ ਦੇ ਵਿੱਚ ਅਵੇਲੇਬਲ ਹੈਗਾ ਹੈ। ਸੋ ਜੋ ਵੀ ਹੈ ਲਿਖਿਆ ਹੋਇਆ ਉਹਨੂੰ ਹੀ ਫੋਲੋ ਕਰਨਾ ਪੈਣਾ ਹੈ। ਠੀਕ ਹੈ, ਔਰ ਕਰਪਟ ਪ੍ਰੈਕਟਿਸਿਸ ਵੀ ਰਿਡਿਊਸ ਕਰ ਸਕਦਾ ਹੈ ਇਹਦੇ ਨਾਲ। ਜੇ ਡੈਫੀਨੇਸ਼ਨ ਹੋਣਗੀਆਂ ਅਗੇਨ ਰਿਟਨ ਫਾਰਮੈਟ ਦੇ ਵਿੱਚ ਹੈ, ਇੱਕ ਪਰਟੀਕੂਲਰ ਸਿਸਟਮ ਦੇ ਅੰਦਰ ਉਹਦੀ ਡੈਫੀਨੇਸ਼ਨ ਕੀ ਆ ਰਹੀ ਹੈ ਉਹ ਡਿਫਾਈਨਡ ਹੈਗੀ ਹੈ। ਸੋ ਕਰਪਟ ਪ੍ਰੈਕਟਿਸਿਸ ਜਾਂ ਲੂਪ ਹੋਲਸ ਜਿਹੜਾ ਉਹਨਾਂ ਨੂੰ ਵੀ ਚੈੱਕ ਕਰਦਾ ਹੈ। ਔਰ ਕੋਈ ਡੈਫੀਨੇਸ਼ਨਸ ਦੇ ਵਿੱਚ ਮੰਨ ਲਓ ਕੱਲ ਨੂੰ ਪ੍ਰੋਬਲਮ ਆਉਂਦੀ ਹੈ, ਕੋਈ ਪਰਟੀਕੂਲਰ ਏਰੀਆ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਹਨੂੰ ਆਪਾਂ ਰੈਕਟੀਫਾਈ ਕਰ ਸਕਦੇ ਹਾਂ ਡੈਫੀਨੇਸ਼ਨ ਨੂੰ ਅਪਡੇਟ ਕਰਕੇ। ਠੀਕ ਹੈ, ਨੈਕਸਟ ਆਪਾਂ ਗੱਲ ਕਰਦੇ ਹਾਂ ਡੈਫੀਨੇਸ਼ਨਸ ਬਾਰੇ। ਫਸਟ ਇਜ਼ ਐਡੀਸ਼ਨ ਐਂਡ ਆਲਟਰੇਸ਼ਨ ਜਾਂ ਰੀ-ਇਰੈਕਸ਼ਨ। ਠੀਕ ਹੈ, ਐਡੀਸ਼ਨ ਮਤਲਬ ਐਡ ਕਰਨਾ, ਆਲਟਰੇਸ਼ਨ ਮਤਲਬ ਉਹਨੂੰ ਚੇਂਜ ਕਰਨਾ, ਔਰ ਰੀ-ਇਰੈਕਸ਼ਨ ਮਤਲਬ ਕੋਈ ਚੀਜ਼ ਨੂੰ ਦੁਬਾਰਾ ਢਾਹ ਕੇ ਬਣਾਉਣਾ। ਠੀਕ ਹੈ, ਸੋ ਓਬਵੀਅਸਲੀ ਕਿਉਂਕਿ ਮਿਊਨਿਸਪਲ ਬਿਲਡਿੰਗ ਬਾਇਲਾਜ਼ ਜਿਹੜੇ ਹੈ ਇਹਦੀ ਐਪਲੀਕੇਬਿਲਿਟੀ ਇਹਨਾਂ ਚੀਜ਼ਾਂ ਦੇ ਵਿੱਚ ਹੈਗੀ ਹੈ, ਐਡੀਸ਼ਨ, ਆਲਟਰੇਸ਼ਨ, ਰੀ-ਇਰੈਕਸ਼ਨ ਆਫ ਬਿਲਡਿੰਗਸ। ਤੇ ਉਹ ਡੈਫੀਨੇਸ਼ਨ ਦੇ ਵਿੱਚ ਆਉਂਦਾ ਹੈ ਕਿ ਹੈ ਕੀ ਹੈ, ਜਾਂ ਤਾਂ ਚੇਂਜ ਇਨ ਆਕੂਪੈਂਸੀ ਹੈ, ਮਤਲਬ ਰੈਜ਼ੀਡੈਂਸ਼ੀਅਲ ਟੂ ਕਮਰਸ਼ੀਅਲ ਜਾਂ ਕਮਰਸ਼ੀਅਲ ਟੂ ਇੰਡਸਟਰੀਅਲ ਜਾਂ ਰੈਜ਼ੀਡੈਂਸ਼ੀਅਲ ਟੂ ਇੰਡਸਟਰੀਅਲ ਜਾਂ ਐਗਰੀਕਲਚਰ ਟੂ ਰੈਜ਼ੀਡੈਂਸ਼ੀਅਲ, ਐਗਰੀਕਲਚਰ ਟੂ ਕਮਰਸ਼ੀਅਲ। ਇਹ ਸਾਰੇ ਚੇਂਜ ਆਫ ਆਕੂਪੈਂਸੀ ਹੈ ਕਿ ਪਹਿਲਾਂ ਆਪਾਂ ਕੁਝ ਮਕਸਦ ਲੈ ਰਹੇ ਸੀ ਉਸ ਲੈਂਡ ਦਾ ਜਾਂ ਉਸ ਬਿਲਡਿੰਗ ਦਾ,
ਹੁਣ ਆਪਾਂ ਕੁਝ ਮਕਸਦ ਉਸ ਚੀਜ਼ ਤੋਂ ਲੈਣਾ ਹੈ, ਠੀਕ ਹੈ। ਸੋ that comes also addition and alteration, ਜਾਂ ਸਟਰਕਚਰਲ ਚੇਂਜ ਇਨਕਲੂਡਿੰਗ ਐਨ ਐਡੀਸ਼ਨ ਟੂ ਦ ਏਰੀਆ। ਕੋਈ ਵੀ ਸਟਰਕਚਰਲ ਚੇਂਜ ਹੈ ਜਿਹਦੇ ਵਿੱਚ ਆਪਾਂ ਕੁਝ ਵੀ ਢਾਹ ਕੇ ਬਣਾਉਣਾ ਹੈ, ਚਾਹੇ ਕਾਲਮ ਬੀਮ ਚੇਂਜ ਕਰ ਰਹੇ ਹਾਂ, ਚਾਹੇ ਦੀਵਾਰ ਚੇਂਜ ਕਰ ਰਹੇ ਹਾਂ, that also comes under addition and alteration। ਹਾਈਟ ਨੂੰ ਚੇਂਜ ਕਰ ਰਹੇ ਹਾਂ, ਮੰਨ ਲਓ ਆਪਣੀ ਬਿਲਡਿੰਗ ਹੈਗੀ ਹੈ, ਆਪਾਂ ਉਹਦੀ ਹਾਈਟ ਰੇਜ਼ ਕਰਨੀ ਹੈ, ਠੀਕ ਹੈ, ਜਾਂ ਪਲਿੰਥ ਦੀ ਹਾਈਟ ਰੇਜ਼ ਕਰਨੀ ਹੈ, ਅਗੇਨ ਉਹ ਵੀ ਐਡੀਸ਼ਨ ਆਲਟਰੇਸ਼ਨ ਹੈ। change to the structure such as construction or removal or cutting into of any wall or party or part of wall। चाहे पूरी दीवार चेंज करनी है या थोड़ा पार्ट चेंज करना है, कोई पार्टीशन चेंज करनी है, कॉलम चेंज करना है, एडिशन या सब्ट्रैक्ट करना है, ठीक है, कोई बीम चेंज करना है, फ्लोर चेंज करना है, कोई फ्लोर ऐड करना है, मेज़ानाइन फ्लोर ऐड करना है, ठीक है। सारे ऑल चीज़ां ਜਿਹੜੀਆਂ ਹੈਗੀਆਂ ਐਡੀਸ਼ਨ ਐਂਡ ਆਲਟਰੇਸ਼ਨ ਐਂਡ ਰੀਇਰੈਕਸ਼ਨ ਦੇ ਅੰਡਰ ਆਉਂਦੀਆਂ ਨੇ। ਸੋ ਇਸ ਦਾ ਮਤਲਬ ਇਹ ਹੈ ਕਿ ਆਪਣੇ ਘਰ ਦੇ ਵਿੱਚ ਅਸੀਂ ਕੁਝ ਵੀ ਚੇਂਜ ਕਰ ਰਹੇ ਹਾਂ ਸਟਰਕਚਰਲੀ ਜਾਂ ਇੰਟੀਰੀਅਰਸ ਦੇ ਵਿੱਚ, ਉਹਦੀ ਸਾਨੂੰ ਪਰਮਿਸ਼ਨ ਲੈਣੀ ਪੈਂਦੀ ਹੈ ਲੀਗਲੀ ਫਰੋਮ ਜੋ ਵੀ ਸਾਡੀ ਅਥਾਰਟੀ ਹੈ, ਚਾਹੇ ਕਾਰਪੋਰੇਸ਼ਨ ਹੈ, ਚਾਹੇ ਕਾਉਂਸਲ ਹੈ, ਚਾਹੇ ਨਗਰ ਪੰਚਾਇਤ ਹੈਗੀ ਹੈ, ਠੀਕ ਹੈ। ਸੋ ਪਹਿਲੀ ਡੈਫੀਨੇਸ਼ਨ ਇਹ ਸਾਰੇ ਨੂੰ ਕਲੈਰੀਫਾਈ ਕਰਦੀ ਹੈ। ਤੋ ਇਸ ਕਰਕੇ ਆਪਾਂ ਕੋਈ ਇਹ ਨਹੀਂ ਕਹਿ ਸਕਦੇ ਜੀ ਮੈਂ ਸਿਰਫ ਦਰਵਾਜ਼ਾ ਹੀ ਚੇਂਜ ਕੀਤਾ ਸੀਗਾ, ਮੈਂ ਕੁਝ ਚੇਂਜ ਕੀਤਾ ਸੀ, ਉਹ ਸਾਰਾ ਕੁਝ ਪਰਮਿਸ਼ਨ ਦੇ ਅੰਡਰ ਆ ਜਾਂਦਾ ਹੈ, ਠੀਕ ਹੈ। ਫੋਲੋ ਹੁੰਦਾ ਨਹੀਂ ਹੁੰਦਾ ਦੈਟ ਇਜ਼ ਸੈਪਰੇਟ ਇਸ਼ੂ, ਬਟ ਜਿਹੜਾ ਲਾਅ ਹੈਗਾ ਉਹ ਕਹਿੰਦਾ ਹੈ ਕਿ ਇਹ ਸਾਰੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ। ਨੈਕਸਟ ਇਜ਼ ਅਮੈਨਿਟੀਜ਼। ਅਮੈਨਿਟੀਜ਼ ਮਤਲਬ ਕੋਈ ਵੀ ਚੀਜ਼ ਜਿਹੜੀ ਸਾਨੂੰ ਸਹੂਲਤ ਦੇ ਰਹੀ ਹੈ, ਵਿਚ ਇਨਕਲੂਡਸ ਰੋਡ, ਸਟਰੀਟਸ, ਓਪਨ ਸਪੇਸਿਸ, ਪਾਰਕਸ, ਇਵਨ ਸੀਵਰੇਜ, ਵਾਟਰ ਸਪਲਾਈ, ਡਰੇਨੇਜ, ਪਬਲਿਕ ਵਰਕਸ, ਠੀਕ ਹੈ। ਇਹ ਸਾਰਾ ਕੁਝ ਆਪਣਾ ਅਮੈਨਿਟੀਜ਼ ਦੇ ਅੰਦਰ ਆਉਂਦੀਆਂ ਨੇ। ਇੱਕ ਰੈਜ਼ੀਡੈਂਸ਼ੀਅਲ ਪਲਾਟ ਦੇ ਨਾਲ ਹੋਰ ਕਿਹੜੀ ਫੈਸਿਲਿਟੀਜ਼ ਚਾਹੀਦੀਆਂ, that comes under amenity। next is applicant। ਐਪਲੀਕੈਂਟ ਉਹ ਬੰਦਾ ਹੈ ਜਿਹਨੇ ਆਪਣਾ ਇਹ ਐਡੀਸ਼ਨ ਆਲਟਰੇਸ਼ਨ ਜਿਹੜੀ ਆਪਾਂ ਡਿਸਕਸ ਕੀਤੀ ਹੈ ਇਹਦੀ ਐਪਲੀਕੇਸ਼ਨ ਉੱਥੇ ਕਾਰਪੋਰੇਸ਼ਨ, ਕਾਉਂਸਲ ਜਾਂ ਨਗਰ ਪੰਚਾਇਤ ਵਿੱਚ ਦੇਣੀ ਹੈ, ਠੀਕ ਹੈ। ਹੀ ਇਜ਼ ਐਨ ਐਪਲੀਕੈਂਟ ਔਰ ਉਹਦੇ ਕੋਲ ਅਥਾਰਟੀ ਹੋਵੇ, ਠੀਕ ਹੈ, ਜਾਂ ਤਾਂ ਉਹ ਮਾਲਿਕ ਹੋਵੇ ਜਾਂ ਉਹਦੇ ਕੋਲ ਲੀਗਲ ਉਹਦਾ ਰਾਈਟਸ ਹੋਣ ਕਿ ਉਹ ਅਪਲਾਈ ਕਰ ਸਕਦਾ ਹੈ, ਠੀਕ ਹੈ। ਨੈਕਸਟ ਇਜ਼ ਐਪਲੀਕੇਸ਼ਨ। ਜਿਹੜੀ ਫਾਰਮੈਟ ਦੇ ਵਿੱਚ ਉਹਨੇ ਸਬਮਿਸ਼ਨ ਦੇਣੀ ਹੈ ਉੱਥੇ ਕਿ ਮਤਲਬ ਐਡੀਸ਼ਨ ਆਲਟਰੇਸ਼ਨ ਵਾਸਤੇ ਜਾਂ ਰੀਐਕਸ਼ਨ ਵਾਸਤੇ, that file is called as an application। ਉਹਦੇ ਵਿੱਚ ਸਾਰੇ ਫਾਰਮਸ ਹੁੰਦੇ ਨੇ ਤੇ ਕਾਰਪੋਰੇਸ਼ਨ ਦੇ ਵਿੱਚ ਜਾਵਾਂਗੇ ਤਾਂ ਇਹਨੂੰ BA ਨੰਬਰ ਵਿਦ ਡੇਟ ਜਿਹੜਾ ਹੈ ਇਸ ਹਿਸਾਬ ਨਾਲ ਸਟੈਕ ਕੀਤਾ ਜਾਂਦਾ, ਰਿਕਾਰਡ ਰੱਖਿਆ ਜਾਂਦਾ ਹੈ। ਸੋ ਆਪਾਂ ਨੂੰ ਕੁਝ ਵੀ ਆਪਣੇ ਘਰ ਦੇ ਬਾਰੇ ਜਾਂ ਕੁਝ ਵੀ ਪਤਾ ਕਰਨਾ, ਸਾਨੂੰ ਆਪਣੇ ਉਹਦਾ BA ਨੰਬਰ, ਬਿਲਡਿੰਗ ਐਪਲੀਕੇਸ਼ਨ ਨੰਬਰ ਤੇ ਕਿਹੜੀ ਡੇਟ ਨੂੰ ਉਹ ਪਾਸ ਹੋਇਆ ਜਾਂ ਰਿਲੀਜ਼ ਹੋਇਆ ਉਹ ਪਤਾ ਹੋਣਾ ਚਾਹੀਦਾ ਹੈ, ਠੀਕ ਹੈ। ਨੈਕਸਟ ਇਜ਼ ਬਾਲਕਨੀ। ਬਾਲਕਨੀ ਇੱਕ ਹੋਰੀਜ਼ੋਨਟਲ ਪ੍ਰੋਜੈਕਸ਼ਨ ਹੈਗੀ ਹੈ ਜਿਹੜੀ ਕਿ ਕੈਂਟੀਲੀਵਰ ਹੋਵੇ ਤੇ ਉਹਦੇ ਨਾਲ ਮਤਲਬ ਪੈਰਾਪਿਟ, ਹੈਂਡਰੇਲ, ਬਲਿਸਟਰੇਡ ਐਕਸੈਟਰਾ ਵੀ ਹੋਵੇ ਟੂ ਸਰਵ ਐਜ਼ ਅ ਪੈਸੇਜ ਔਰ ਸਿਟ ਆਊਟ ਪਲੇਸ। ਸੋ ਇਹਨੂੰ ਆਪਾਂ ਥੋੜਾ ਜਿਹਾ ਸਕੈਚ ਨਾਲ ਜੇ ਸਮਝੀਏ, ਸੋ ਬਾਲਕਨੀ ਕਿਹੋ ਜਿਹਾ ਸਪੇਸ ਹੈ ਜਿਹੜਾ ਕਿ ਹੋਰੀਜ਼ੋਨਟਲ ਪ੍ਰੋਜੈਕਸ਼ਨ ਹੈ, ਠੀਕ ਹੈ, ਔਰ ਇਹ ਕੈਂਟੀਲੀਵਰਡ ਹੈ। ਫॉर एग्जांपल ਇਹ ਇੱਕ ਦੀਵਾਰ ਹੈਗੀ ਹੈ ਮੇਰੀ, ਠੀਕ ਹੈ। ਸੋ ਇਸ ਚੀਜ਼ ਤੋਂ ਇਹ ਚੀਜ਼ ਕੈਂਟੀਲੀਵਰ ਹੈਗੀ ਹੈ ਕੋਈ ਵੀ, ਔਰ ਇਹਦੇ ਐਂਡ ਦੇ ਉੱਤੇ ਚਾਹੇ ਬਲੂਸਟਰ ਜਾਂ ਹੈਂਡਰੇਲ ਜਾਂ ਕੁਛ ਐਕਸੈਟਰਾ ਇਹਦੇ ਨਾਲ ਹੋਵੇ ਤਾਂ ਕਿ ਇਹਨੂੰ ਪੈਸੇ ਜਾਂ ਸਿਟ ਆਊਟ ਯੂਜ਼ ਕੀਤਾ ਜਾ ਸਕੇ। ਸੋ ਦੈਟ ਇਜ਼ ਅ ਕਲੀਅਰ ਡੈਫੀਨੇਸ਼ਨ ਆਫ ਅ ਬਾਲਕਨੀ। ਸੋ ਇਸ ਦੇ ਮਤਲਬ ਇਸ ਦੇ ਨੀਚੇ ਜੇ ਕੋਈ ਸਪੋਰਟ ਦੇ ਦਾਂਗੇ, ਇਟ ਡਜ਼ਨਟ ਕਮ ਅੰਡਰ ਬਾਲਕਨੀ। ਸੋ ਜਦੋਂ ਵੀ ਆਪਾਂ ਆਪਣਾ ਡਿਜ਼ਾਈਨਿੰਗ ਕਰਦੇ ਹਾਂ ਸਾਨੂੰ ਪਤਾ ਹੋਣਾ ਚਾਹੀਦਾ ਵਾਟ ਇਜ਼ ਵਰਾਂਡਾ ਐਂਡ ਵਾਟ ਇਜ਼ ਬਾਲਕਨੀ, ਠੀਕ ਹੈ। ਸੋ ਬਾਲਕਨੀ ਦੀ ਡੈਫੀਨੇਸ਼ਨ ਇਹਦੇ ਵਿੱਚ ਕਲੀਅਰ ਹੋ ਰਹੀ ਕਿ ਕੈਂਟੀਲੀਵਰ ਪ੍ਰੋਜੈਕਸ਼ਨ ਹੋਏਗੀ, ਇਹਦੇ ਨੀਚੇ ਇੱਕ ਪਾਸੇ ਸਪੋਰਟ ਨਹੀਂ ਹੋਏਗੀ।
ठीक है। ਨੈਕਸਟ ਇਜ਼ ਬਰਸਾਤੀ। ਬਰਸਾਤੀ ਇੱਕ ਲਾਸਟ ਫਲੋਰ ਦੇ ਉੱਤੇ ਆਪਾਂ ਇੱਕ ਜੇ ਹੈਬਿਟੇਬਲ ਰੂਮ ਬਣਾ ਦਈਏ, ਸਾਡਾ ਜੋ ਵੀ ਲਾਸਟ ਫਲੋਰ ਹੈਗਾ, ਥਰਡ ਫਲੋਰ ਹੈ ਜਾਂ ਸੈਕੰਡ ਫਲੋਰ ਹੈ, ਜਿੱਥੇ ਕਿਚਨ ਹੋ ਸਕਦੀ ਹੈ ਜਾਂ ਟਾਇਲਟ ਹੋ ਸਕਦਾ ਹੈ ਜਾਂ ਨਹੀਂ ਵੀ ਹੋ ਸਕਦਾ, ਦੈਟ ਇਜ਼ ਅ ਬਰਸਾਤੀ। ਸੋ ਲਾਸਟ ਫਲੋਰ ਦੇ ਉੱਤੇ ਕੋਈ ਕਮਰਾ ਅਵੇਲੇਬਲ ਹੈਗਾ, ਦੈਟ ਇਜ਼ ਕਾਲਡ ਐਜ਼ ਬਰਸਾਤੀ। ਨੈਕਸਟ ਇਜ਼ ਬੇਸਮੈਂਟ ਜਾਂ ਸੈਲਰ। It is lower story of a building below or partly below the ground level। या ਤਾਂ ground level ਦੇ ਨੀਚੇ ਹੈ ਜਾਂ partly ਨੀਚੇ ਹੈ, ठीक है। सो इसका मतलब है फॉर एग्जांपल दिस इज ग्राउंड लाइन, कोई बिल्डिंग हैगी है इस तरीके ਦੇ ਨਾਲ ਬਣੀ ਹੋਈ, या तो फ्लोर पूरा नीचे है इस बिल्डिंग ਦੇ, मतलब इस तरीके ਦੇ ਨਾਲ ਸੀਲਿੰਗ ਹੈਗੀ ਹੈ, ਸੋ ਇਹ ਵੀ ਬੇਸਮੈਂਟ ਹੋ ਸਕਦੀ ਹੈ, ਜਾਂ ਇਸ ਤਰੀਕੇ ਦੇ ਨਾਲ ਕਿਤੇ ਫਲੋਰ ਹੋਵੇ ਕਿ ਆ ਸਾਰਾ ਇੱਕ ਫਲੋਰ ਹੋਵੇ, that is also a basement। ਨੈਕਸਟ ਆਰ ਕੈਟਾਗਰੀਜ਼ ਆਫ ਬਿਲਡਿੰਗ। ਇਹਦੇ ਵਿੱਚ ਆ ਜਾਂਦੀਆਂ ਹੈ ਕਿ ਕੀ ਯੂਸੇਜ ਕਰ ਰਹੇ ਆਪਾਂ ਉਸ ਬਿਲਡਿੰਗ ਦਾ, ਉਸ ਹਿਸਾਬ ਨਾਲ ਉਹਦੀ ਕੈਟਾਗਰੀ ਡਿਸਾਈਡ ਹੋ ਜਾਂਦੀ ਹੈ। ਜੇ ਰੈਜ਼ੀਡੈਂਸ ਆਪਾਂ ਰਿਹਾਇਸ਼ ਵਾਸਤੇ ਯੂਜ਼ ਕਰ ਰਹੇ ਹਾਂ, ਇਟ ਬਿਕਮਸ ਅ ਰੈਜ਼ੀਡੈਂਸ਼ੀਅਲ ਬਿਲਡਿੰਗ। ਆਪਾਂ ਉਹ ਤੋਂ ਕੋਈ ਕਮਰਸ਼ੀਅਲ ਐਕਟੀਵਿਟੀ ਕਰਦੇ ਹਾਂ, ਦੈਨ ਇਟ ਬਿਕਮਸ ਕਮਰਸ਼ੀਅਲ। ये कोई आप प्रोडक्शन कर रहे हैं, पैकेजिंग कर रहे हैं एक्सेट्रा, तो इंडस्ट्रियल या वेयर हाउस बिल्डिंग हो जाती है। और कोई गवर्नमेंट का ऑफिस है या पब्लिक सैक्टर अंडरटेकिंग का ऑफिस है, PSU है, तो उत्थे पब्लिक आके कुछ अपना यूसेज लै रही है, दैन इट बिकम्स पब्लिक और इंस्टीट्यूशनल बिल्डिंग, जिहदे साडे कॉलेजेस भी आ जाते हैं। नैक्सट इज़ मिक्स लैंड यूज़, मतलब ਇਹੋ ਜਿਹੀ कोई बिल्डिंग ਜਿਹਦੇ ਵਿੱਚ ਇੱਕ ਜਾਂ ਦੋ ਤੋਂ ਜ਼ਿਆਦਾ ਐਕਟੀਵਿਟੀਜ਼ ਵੀ ਹੋ ਰਹੀਆਂ। ਫੋਰ ਐਗਜ਼ਾਮਪਲ ਆਪਾਂ ਦੇਖਿਆ ਹੋਏਗਾ ਕਿ ਕਈ ਜਗ੍ਹਾ ਗਰਾਊਂਡ ਫਲੋਰ ਤੇ ਕਮਰਸ਼ੀਅਲ ਸ਼ਾਪ ਹੁੰਦੀ ਹੈ, ਉੱਪਰ ਰਿਹਾਇਸ਼ ਹੁੰਦੀ ਹੈ, ਇਟ ਕਮਸ ਅੰਡਰ ਮਿਕਸ ਲੈਂਡ ਯੂਜ਼ ਬਿਲਡਿੰਗ। then comes nursing home या hospital building, then marriage palaces and multiplex buildings। multiplex मतलब ਜਿਹਦੇ ਵਿੱਚ सिनेप्लेक्सेस हो सकते हैं प्लस शोरूम्स वगैरह हो सकते हैं। ਹੁਣ ਇਹਨਾਂ ਨੂੰ ਆਪਾਂ ਥੋੜੀ ਡਿਟੇਲ ਵਿੱਚ ਡਿਸਕਸ ਕਰਦੇ ਹਾਂ। ਕਮਰਸ਼ੀਅਲ ਬਿਲਡਿੰਗ ਕੀ ਹੈ? ਇਟ ਮੀਨਸ ਅ ਬਿਲਡਿੰਗ ਅਦਰ ਦੈਨ ਇੰਡਸਟਰੀਅਲ ਬਿਲਡਿੰਗ। ਸੋ ਇਹ ਚ ਕਲੈਰਿਟੀ ਹੈ ਕਿ ਇੰਡਸਟਰੀਅਲ ਬਿਲਡਿੰਗ ਇਜ਼ ਡਿਫਰੈਂਟ, ਠੀਕ ਹੈ। ਐਕਚੁਅਲੀ ਕੀ ਹੋ ਰਿਹਾ ਸੀ, ਪੁਰਾਣੇ ਬਾਈਲੋਜ਼ ਜਿਹੜੇ ਸੀਗੇ ਇਸ ਤੋਂ ਪਹਿਲਾਂ ਵਾਲੇ, ਉਹਨਾਂ ਵਿੱਚ ਇੰਨੀ ਕਲੈਰਿਟੀ ਨਹੀਂ ਸੀਗੀ, ਤੋ ਕਮਰਸ਼ੀਅਲ ਬਿਲਡਿੰਗ ਇੰਡਸਟਰੀਅਲ ਬਿਲਡਿੰਗ ਆਪਸ ਵਿੱਚ ਕਲੈਸ਼ ਕਰ ਜਾਂਦੇ ਸੀਗੇ। ਸੋ ਇਹਦੇ ਵਿੱਚ ਕੀ ਹੈਗਾ ਹੈ, a building used or constructed or adopted to be used, मतलब कोई एक पहला किसी और चीज़ ਲਈ ਬਣਿਆ ਸੀ, ਹੁਣ ਉਹਨੂੰ ਅਡਾਪਟ ਕਰ ਲਿਆ ਕਿਸੇ ਹੋਰ ਚੀਜ਼ ਦੇ ਲਈ। ਕਿਹੜੀ ਲਈ? ਜਾਂ ਤਾਂ ਸ਼ਾਪਸ ਵਾਸਤੇ, ਪ੍ਰਾਈਵੇਟ ਆਫਿਸਿਸ ਵਾਸਤੇ, ਬੈਂਕਸ, ਹੋਟਲਸ, ਰੈਸਟੋਰੈਂਟਸ, ਬੈਂਕਟ ਹਾਲਸ, ਬਿਊਟੀ ਪਾਰਲਰਸ, ਬੁਟੀਕਸ, ਵੀਡੀਓ ਪਾਰਲਰਸ, ਸਿਨੇਮਾਸ, ਆਡੀਟੋਰੀਅਮਸ ਐਕਸੈਟਰਾ। ਇਹ ਸਾਰੀਆਂ ਜਿਹੜੀਆਂ ਬਿਲਡਿੰਗਸ ਹੈ ਇਹ ਕਮਰਸ਼ੀਅਲ ਬਿਲਡਿੰਗ ਦੇ ਅੰਦਰ ਆ ਜਾਂਦੀਆਂ। मतलब कोई भी बिल्डिंग जिस ट्रेड एंड कमर्स हो रहा है, पैसे का लैन देन हो रहा है या सामान का लैन देन हो रहा है, दैट कम्स अंडर कमर्शियल बिल्डिंग। बट इट शैल नॉट इंक्लूड नर्सिंग होम्स, हॉस्पिटल्स, मैरिज पैलेसिस एंड मल्टीप्लेक्सिस। पहला थोड़े बाइलॉज इस हिसाब ਨਾਲ ਨਹੀਂ ਡਿਸਾਈਡਡ ਸੀਗੇ, ਸੋ ਇਹਨਾਂ ਨੂੰ ਵੀ ਕਮਰਸ਼ੀਅਲ ਬਿਲਡਿੰਗ ਦਾ ਨਕਸ਼ਾ ਪਾਸ ਕਰਵਾ ਕੇ ਇਹਨਾਂ ਉੱਚ ਹਸਪੀਟਲ ਜਾਂ ਮੈਰਿਜ ਪੈਲੇਸਿਸ ਵਗੈਰਾ ਚੱਲ ਰਹੇ ਸੀਗੇ, ਸੋ ਇਹਨੂੰ ਅਲੱਗ ਸਪੈਸੀਫਾਈ ਕਰ ਦਿੱਤਾ ਗਿਆ ਉਹਦੇ ਵਿੱਚ। ਸੋ ਦੇਖੋ ਹੁਣ ਕਮਰਸ਼ੀਅਲ ਬਿਲਡਿੰਗ ਦੀ ਡੈਫੀਨੇਸ਼ਨ ਕਲੈਰਿਟੀ ਹੋਈ ਇਹਦੇ ਵਿੱਚ। ਹੁਣ ਇਹਦੇ ਵਿੱਚ ਆਪਾਂ ਨੂੰ ਕਲੀਅਰ ਹੈ ਕਿ ਫੋਰ ਐਗਜ਼ਾਮਪਲ ਇੱਕ ਬੰਦੇ ਨੇ ਇੱਕ ਸਟੇਸ਼ਨਰੀ ਦੀ ਦੁਕਾਨ ਖੋਲ੍ਹਣੀ ਹੈ, ਇਟ ਕਮਸ ਅੰਡਰ ਕਮਰਸ਼ੀਅਲ ਬਿਲਡਿੰਗ। ਸੋ ਕਲੈਰਿਟੀ ਹੋ ਗਈ ਹੈ, ਉਹਨੂੰ ਇੰਪਲੀਮੈਂਟੇਸ਼ਨ ਕਰਨ ਵਿੱਚ ਵੀ ਆਸਾਨੀ ਹੋਏਗੀ, ਉਹਨੂੰ ਫੋਲੋ ਕਰਨ ਦੇ ਵਿੱਚ ਵੀ ਆਸਾਨੀ ਹੋਏਗੀ, ਉਹਦੇ ਜੋ ਵੀ ਐਗਜ਼ੈਕਟ ਬਾਈਲੋਜ਼ ਹੈਗੇ ਉਹਨੂੰ ਫੋਲੋ ਕਰਨ ਦੇ ਵਿੱਚ ਵੀ ਹੈਲਪ ਹੋਏਗੀ।
ਨੈਕਸਟ ਆਰ ਐਜੂਕੇਸ਼ਨਲ ਬਿਲਡਿੰਗਸ, ਉਹ ਬਿਲਡਿੰਗਸ ਜਿਨ੍ਹਾਂ ਵਿੱਚ ਐਜੂਕੇਸ਼ਨ ਦਿੱਤੀ ਜਾਂਦੀ ਹੈ। ਇਟ ਇਨਕਲੂਡਸ ਅ ਬਿਲਡਿੰਗ ਐਕਸਕਲੂਸਿਵਲੀ ਯੂਜ਼ ਫॉर ਸਕੂਲ ਔਰ ਕਾਲजेस। ਠੀਕ ਹੈ, ਹਾਂ ਰੈਕੋਗਨਾਈਜ਼ ਹੋਣੀ ਚਾਹੀਦੀ ਹੈ। ਇਹ ਨਹੀਂ ਹੈਗਾ ਕਿ ਮੈਂ ਟਿਊਸ਼ਨ ਸੈਂਟਰ ਖੋਲ ਲਿਆ ਤਾਂ ਉਹਨੂੰ ਮੈਂ ਐਜੂਕੇਸ਼ਨ ਬਿਲਡਿੰਗ ਦੇ ਦੇਵਾਂ। ਅਨਲੈਸ ਉਹ ਟਿਊਸ਼ਨ ਸੈਂਟਰ ਕਿਸੇ ਆਥੋਰਾਈਜ਼ਡ ਯੂਨੀਵਰਸਿਟੀ ਜਾਂ ਕੰਪੀਟੈਂਟ ਅਥਾਰਟੀ ਤੋਂ ਰੈਕੋਗਨਾਈਜ਼ ਹੋਵੇ, then it comes under educational building। ਫॉर एग्जांपल ਆਪਾਂ CAD ਸੈਂਟਰ ਦੀ ਗੱਲ ਕਰੀਏ, ਜੇ CAD ਸੈਂਟਰ ਕਿਸੇ ਅਥਾਰਟੀ ਤੋਂ ਆਥੋਰਾਈਜ਼ ਹੈਗਾ, then it comes under educational building and not under commercial building। ਸੋ ਇਹ ਚੀਜ਼ਾਂ ਆਪਾਂ ਇਹਨੂੰ ਡੈਫੀਨੇਸ਼ਨਸ ਤੋਂ ਕਲੀਅਰ ਆਊਟ ਕਰ ਸਕਦੇ ਹਾਂ। It shall also include quarters for essential staff required to reside in the premises। ਹੁਣ ਫॉर एग्जांपल ਸਾਡੇ ਕਾਲਜ ਦੇ ਵੀ ਜਿਹੜੇ ਪਿੱਛੇ ਕੁਆਟਰਸ ਹੈਗੇ ਨੇ, ਉਹ ਵੀ ਸਾਰੇ ਐਜੂਕੇਸ਼ਨਲ ਬਿਲਡਿੰਗ ਦਾ ਹੀ ਪਾਰਟ ਹੋਣਗੇ, ਕਿਉਂਕਿ ਉਹ essential ਸਟਾਫ ਵਾਸਤੇ ਹੈਗੇ ਆ। ਔਰ ਇਸ ਤੋਂ ਇਲਾਵਾ ਕੋਈ ਬਿਲਡਿੰਗ ਬਾਹਰ ਵੀ ਯੂਜ਼ ਕਰ ਰਿਹਾ, ਮੰਨ ਲਓ ਫॉर एग्जांपल ਸਾਡਾ ਕਾਲਜ ਕੋਈ ਬਾਹਰਲੀ ਬਿਲਡਿੰਗ ਕੋਈ ਹੋਸਟਲ ਲਈ ਯੂਜ਼ ਕਰੇ, ਉਹ ਵੀ ਆਪਾਂ ਐਜੂਕੇਸ਼ਨਲ ਬਿਲਡਿੰਗ ਮੰਨਾਂਗੇ। ਠੀਕ ਹੈ। And building used as a hostel captive to an educational institution, whether situated in its campus or outside। ठीक है, कैंपस ਦੇ ਅੰਦਰ ਹੋਵੇ ਚਾਹੇ ਬਾਹਰ ਹੋਵੇ, ਜੇ ਅਸੀਂ ਉਹਨੂੰ ਆਪ ਰੈਂਟ ਆਊਟ ਕੀਤਾ ਹੋਇਆ ਹੈ ਹੋਸਟਲ ਵਾਸਤੇ, then it comes under educational building। ਪ੍ਰਾਈਵੇਟ ਹੋਸਟਲ ਦੀ ਗੱਲ ਨਹੀਂ ਕਰ ਰਹੇ, ਆਥੋਰਾਈਜ਼ਡ ਹੋਸਟਲ ਜੇ ਕੋਈ ਐਜੂਕੇਸ਼ਨ ਇੰਸਟੀਟਿਊਸ਼ਨ ਨੇ ਕੀਤਾ ਹੋਇਆ, ਉਹ ਵੀ ਐਜੂਕੇਸ਼ਨਲ ਬਿਲਡਿੰਗ ਦਾ ਪਾਰਟ ਹੋਏਗਾ। ਨੈਕਸਟ ਆਰ ਇੰਡਸਟਰੀਅਲ ਬਿਲਡਿੰਗਸ, ਉਹ ਬਿਲਡਿੰਗਸ ਜਿਹਦੇ ਵਿੱਚ ਅੰਦਰ ਕੋਈ ਵੀ ਅਸੈਂਬਲੀ ਹੋ ਰਹੀ ਹੈ, ਲੈਬੋਰਟਰੀਜ਼ ਆ ਰਹੀਆਂ ਜਾਂ ਪਾਵਰ ਪਲਾਂਟਸ ਹੋ ਰਹੇ, ਕੁਝ ਪਾਵਰ ਜਨਰੇਸ਼ਨ ਹੋ ਰਹੀ ਹੈ ਜਾਂ ਡਿਸਟ੍ਰੀਬਿਊਸ਼ਨ ਹੋ ਰਹੀ ਹੈ, ਰਿਫਾਈਨਰੀਜ਼ ਹੈਗੀਆਂ ਨੇ, ਜਾਂ ਉਹਦੇ ਵਿੱਚ ਪੈਕੇਜਿੰਗ ਹੋ ਰਹੀ ਹੈ, ਫੈਬਰੀਕੇਸ਼ਨ ਹੋ ਰਹੀ ਹੈ, ਪ੍ਰੋਸੈਸਿੰਗ ਹੋ ਰਹੀ ਹੈ, ਉਹ ਸਾਰੇ ਇੰਡਸਟਰੀਅਲ ਬਿਲਡਿੰਗਸ ਦੇ ਅੰਦਰ ਆ ਜਾਂਦੇ ਨੇ। ਨੈਕਸਟ ਮਿਕਸ ਲੈਂਡ ਯੂਜ਼ ਬਿਲਡਿੰਗ ਆਪਾਂ ਗੱਲ ਕੀਤੀ ਹੈ ਕਿ ਜਿਹਦੇ ਵਿੱਚ ਇੱਕ ਤੋਂ ਜ਼ਿਆਦਾ ਐਕਟੀਵਿਟੀਜ਼ ਇਹਨਾਂ 'ਚੋਂ ਯੂਜ਼ ਹੋ ਰਹੀਆਂ, ਇਟ ਕਮਸ ਅੰਡਰ ਮਿਕਸ ਲੈਂਡ ਯੂਜ਼ ਬਿਲਡਿੰਗਸ। ਨੈਕਸਟ ਹੈ ਰੈਜ਼ੀਡੈਂਸ਼ੀਅਲ ਬਿਲਡਿੰਗਸ, ਉਹ ਬਿਲਡਿੰਗਸ ਜਿਨ੍ਹਾਂ ਦੇ ਵਿੱਚ ਆਪਾਂ ਰਹਿਣ ਤੇ ਖਾਣ ਪੀਣ ਨਹਾਉਣ ਧੋਣ ਇਸ ਚੀਜ਼ ਲਈ ਯੂਜ਼ ਕਰ ਰਹੇ ਹਾਂ, ਦੋਜ਼ ਆਰ ਰੈਜ਼ੀਡੈਂਸ਼ੀਅਲ ਬਿਲਡਿੰਗਸ। ਇਹਦੇ ਵਿੱਚ ਕੁਕਿੰਗ ਫੈਸਿਲਿਟੀ ਜ਼ਰੂਰੀ ਹੈਗੀਆਂ ਨੇ, ਔਰ ਇਹਦੇ ਵਿੱਚ ਫੈਮਿਲੀ ਡਵੈਲਿੰਗਸ, ਅਪਾਰਟਮੈਂਟਸ, ਹਾਊਸਿਸ, ਫਲੈਟਸ ਐਕਸੈਟਰਾ ਇਹਦੇ ਵਿੱਚ ਆ ਜਾਂਦੇ ਨੇ। ਨੈਕਸਟ ਕਮ ਸਟੋਰੇਜ ਬਿਲਡਿੰਗਸ। ਆਪਾਂ ਇੰਡਸਟਰੀਅਲ ਬਿਲਡਿੰਗ ਨਾਲ ਇਹਨੂੰ ਥੋੜ੍ਹਾ ਰਿਲੇਟ ਕਰ ਸਕਦੇ ਹਾਂ। ਕੋਈ ਇੰਡਸਟਰੀਅਲ ਬਿਲਡਿੰਗ ਦੇ ਵਿੱਚ ਸਾਨੂੰ ਸਟੋਰੇਜ ਦੀ ਜ਼ਰੂਰਤ ਹੈਗੀ ਹੈ, ਤੇ ਆਪਾਂ ਉਹ ਵੇਅਰ ਹਾਊਸਿਸ ਵਗੈਰਾ ਐਕਸੈਟਰਾ ਆਪਾਂ ਨਾਲ ਸਾਈਡ ਤੇ ਬਣਾ ਸਕਦੇ ਹਾਂ, ਜਾਂ ਆਪਾਂ ਦੇਖਿਆ ਹੋਏਗਾ ਕਿ ਕੋਲਡ ਸਟੋਰਸ ਹੈਗੇ ਨੇ ਸਾਡੇ ਕੋਲ ਅਵੇਲੇਬਲ ਕਾਫੀ ਜਗ੍ਹਾ। ਠੀਕ ਹੈ, ਉਹ ਸਟੋਰੇਜ ਬਿਲਡਿੰਗ ਦੇ ਅੰਦਰ ਆ ਜਾਂਦੇ ਨੇ। ਜਾਂ ਮੰਡੀਜ਼ ਜਿਹੜੀਆਂ ਹੈਗੀਆਂ ਉਹ ਸਾਰੀਆਂ ਇਹਦੇ ਵਿੱਚ ਆ ਜਾਂਦੀਆਂ, ਉਹ ਸਟੋਰੇਜ ਬਿਲਡਿੰਗ ਆ ਜਾਂਦੀ ਜਿੱਥੇ ਲਾਰਜ ਅਮਾਊਂਟ ਆਫ ਸਟੋਰੇਜ ਰਿਕੁਆਇਰਡ ਹੈਗੀ ਹੈ। Next are types of buildings based on design and height। First is detached building। Detach मतलब ਕਿਸੇ ਚੀਜ਼ ਤੋਂ ਅਲੱਗ ਕਰਨਾ। ਠੀਕ ਹੈ, ਇਹਦੇ ਵਿੱਚ ਕੀ ਹੁੰਦਾ ਹੈ, ਆਪਾਂ ਨੂੰ ਜੇ ਇਹਦੇ ਨਾਲ ਦੇਖੀਏ ਇੱਕ ਸਕੈਚ ਦੇ ਨਾਲ, ਇੱਕ ਪਲਾਟ ਮੇਰੇ ਕੋਲ ਰੈਜ਼ੀਡੈਂਸ਼ੀਅਲ ਇੱਕ ਹੈਗਾ, ਦੈਨ ਨੈਕਸਟ ਪਲਾਟ ਹੈਗਾ। ਠੀਕ ਹੈ, ਇਹਨਾਂ ਦੇ ਵਿੱਚ ਜਦੋਂ ਆਪਾਂ ਬਿਲਡਿੰਗ ਕੋਈ ਵੀ ਕੰਸਟਰਕਟ ਕਰਨੀ ਹੈ, ਉਹ ਸਾਰੇ ਪਾਸੋਂ ਜਗ੍ਹਾ ਛੱਡ ਕੇ ਕੰਸਟਰਕਸ਼ਨ ਕਰ ਰਹੇ ਹਾਂ, then these are detached buildings। ਠੀਕ ਹੈ, ਮਤਲਬ ਇਹ ਜਿਹੜੀਆਂ ਬਿਲਡਿੰਗਸ ਹੈਗੀਆਂ these are detached buildings। ਇਹਦੇ ਚਾਰੋਂ ਪਾਸੋਂ ਓਪਨ ਸਪੇਸ ਅਵੇਲੇਬਲ ਹੈ। ਠੀਕ ਹੈ, ਨੈਕਸਟ ਹੈ ਅਟੈਚਡ ਬਿਲਡਿੰਗ। ਉਹਦੇ ਵਿੱਚ ਕੀ ਹੋਏਗਾ, ਦੋਨੋਂ ਜਿਹੜੇ ਪਲਾਟਸ ਹੋਣਗੇ, ਅਸੀਂ ਸੌਰੀ ਨੈਕਸਟ ਇਜ਼ ਸੈਮੀ ਡਿਟੈਚਡ ਬਿਲਡਿੰਗ। ਉਹਦੇ ਵਿੱਚ ਕੀ ਹੋਏਗਾ, ਆਪਾਂ ਜਿਹੜੀਆਂ ਕੋਮਨ ਇੱਕ ਦੀਵਾਰ ਹੈ ਉਹ ਇਕੱਠੀ ਯੂਜ਼ ਹੋ ਜਾਏਗੀ ਬਿਲਡਿੰਗਸ ਦੇ ਵਿੱਚ। ਠੀਕ ਹੈ, ਪਲਾਟਸ ਦੋਨੋਂ ਅਲੱਗ ਅਲੱਗ ਹੈ ਬਟ ਬਿਲਡਿੰਗ ਇੱਕ ਵਾਲ ਸ਼ੇਅਰ ਕਰ ਰਿਹਾ ਵਾਲੀ।
ठीक है। सो दिस बिकम्स सेमी डिटैच्ड बिल्डिंग, ठीक है। और लास्ट है मल्टी स्टोरेड बिल्डिंग्स। मल्टी स्टोरी ਬਿਲਡਿੰਗ ਉਹ ਹੋਗੀ ਜਿਹੜੀ ਬਿਲਡਿੰਗ ਦੇ ਵਿੱਚ 4 ਸਟੋਰੀ ਜਾਂ ਇਸ ਤੋਂ ਜ਼ਿਆਦਾ ਸਟੋਰੀਜ਼ ਹੈਗੀਆਂ ਨੇ ਜਾਂ 15 ਮੀਟਰ ਤੋਂ ਉੱਪਰ ਹਾਈਟ ਹੈਗੀ ਹੈ, ਇਨਕਲੂਡਿੰਗ ਸਟਿਲਟ 17.5 ਮੀਟਰ ਤੋਂ ਉੱਪਰ ਹੈਗੀ ਹੈ। ਥੀਸ ਆਰ ਮਲਟੀ ਸਟੋਰੀਡ ਬਿਲਡਿੰਗ ਜਾਂ ਹਾਈ ਰਾਈਜ਼ ਬਿਲਡਿੰਗ, ਠੀਕ ਹੈ। ਸੋ ਤਿੰਨ ਤਰੀਕੇ ਦੀ ਬਿਲਡਿੰਗਸ ਹੋ ਗਈਆਂ। ਡਿਟੈਚ ਮਤਲਬ ਜਿਨ੍ਹਾਂ ਦੇ ਵਿੱਚ ਇੰਡੀਵਿਜੂਅਲ ਪਲਾਟਸ ਹੈਗੇ ਨੇ ਔਰ ਇੰਡੀਵਿਜੂਅਲ ਆਪਣੇ ਆਪਣੇ ਘਰ ਹੈਗੇ ਨੇ, ਕੋਈ ਕਾਮਨ ਵਾਲ ਨਹੀਂ ਹੈ। ਸੈਮੀ ਡਿਟੈਚ ਬਿਲਡਿੰਗ ਜਿਹਦੇ ਵਿੱਚ ਕਾਮਨ ਵਾਲਸ ਆ ਜਾਂਦੀਆਂ ਨੇ, और मल्टी स्टोरी मतलब हाई राइज बिल्डिंग्स। नेक्स्ट है आप बिल्डिंग हाइट मेजर किस तरीके ਨਾਲ ਕਰਨੀ ਹੈ। ਬਿਲਡਿੰਗ ਹਾਈਟ ਮੇਜਰ ਕਰਨ ਦੇ ਤਿੰਨ ਤਰੀਕੇ ਦੀ ਬਿਲਡਿੰਗਸ ਹੋ ਸਕਦੀਆਂ, ਜਾਂ ਤਾਂ ਫਲੈਟ ਰੂਫ ਵਾਲੀ ਹੋ ਸਕਦੀ ਹੈ ਜਾਂ ਪਿਚ ਰੂਫ ਹੋ ਸਕਦੀ ਹੈ। ਪਿਚ ਰੂਫ मतलब ठीक है, पिच रूफ मतलब वैली टाइप, ठीक है। और लास्ट है गैबल रूफ ਜਿਹਦੇ ਵਿੱਚ ਆਪਾਂ ਸੈਂਟਰ ਵਾਲਾ ਪਾਰਟ ਮੇਰਾ ਇੱਕ ਫਲੈਟ ਹੁੰਦਾ ਹੈ ਔਰ ਦੋਨਾਂ ਪਾਸੇ ਸਲੋਪਿੰਗ ਰੂਫ ਹੁੰਦੀ ਹੈ। ਸੋ ਇਹਦੀ ਜੇ ਆਪਾਂ ਤਿੰਨੋਂ ਨੂੰ ਡੈਫੀਨੇਸ਼ਨਸ ਨੂੰ ਆਪਾਂ ਥੋੜਾ ਸਟੱਡੀ ਕਰੀਏ ਹਾਈਟ ਕੈਲਕੂਲੇਟ ਕਰਨ ਦੇ ਲਈ। ਸੋ ਫਸਟ ਇਜ਼ ਇੱਕ ਫਲੈਟ ਰੂਫ ਹੈ, ਮੰਨ ਲਓ ਦਿਸ ਇਜ਼ ਗਰਾਊਂਡ ਲਾਈਨ। ਫਸਟ ਇਜ਼ ਫਲੈਟ ਰੂਫ, ਜਿਹਦੇ ਬਿਲਡਿੰਗ ਦਾ ਰੂਫ ਜਿਹੜੀ ਹੈ ਫਲੈਟ ਹੈ। ਨੈਕਸਟ ਇਜ਼ ਸਲੋਪਿੰਗ ਰੂਫ ਜਾਂ ਪਿਚਡ ਰੂਫ, ਜਿਹਦੇ ਵਿੱਚ ਆਪਾਂ ਬਿਲਡਿੰਗ ਦੀ ਵਾਲ ਜਿਹੜੀ ਹੈਗੀ ਹੈ, ਸੌਰੀ ਰੂਫ ਹੈ ਜਿਹੜੀ ਸੈਂਟਰ 'ਚੋਂ ਰੇਜ਼ਡ ਹੈ, ਸਾਈਡਾਂ ਤੋਂ ਡਾਊਨ ਹੈ। ਔਰ ਥਰਡ ਇਜ਼ ਗੇਬਲ ਰੂਫ, ਜਿਹਦੇ ਵਿੱਚ ਕੁਝ ਇਸ ਤਰੀਕੇ ਦੀ ਰੂਫਸ ਹੁੰਦੀਆਂ ਨੇ। ਸੋ ਫਸਟ ਕੇਸ ਜਿੱਥੇ ਫਲੈਟ ਰੂਫ ਹੈ, ਇਸ ਬਿਲਡਿੰਗ ਦਾ ਜੋ ਵੀ ਲਾਸਟ ਹਾਈਟ ਹੈਗੀ ਹੈ ਉਹ ਉੱਥੇ ਤੱਕ ਦੀ ਜਿਹੜੀ ਹਾਈਟ ਹੈ ਦੈਟ ਇਜ਼ ਹਾਈਟ ਆਫ ਬਿਲਡਿੰਗ। ਨੈਕਸਟ ਹੈ ਜੇ ਪਿਚ ਰੂਫ ਹੈ ਤਾਂ ਆਪਾਂ ਇਹਦਾ ਸੈਂਟਰ ਲੈ ਲੈਣਾ, ਸੌਰੀ ਜੇ ਪਿਚ ਰੂਫ ਹੈ ਤੇ ਆਪਾਂ ਜਿੱਥੇ ਆ ਸਾਡਾ ਦੋਨਾਂ ਦਾ ਇੰਟਰਸੈਕਸ਼ਨ ਹੈਗਾ ਹੈ ਇੱਥੇ ਤੱਕ ਦੀ ਹਾਈਟ ਲੈਣੀ ਹੈ ਆਪਾਂ, ਜਿੱਥੇ ਵਾਲ ਦੀ ਤੇ ਸਲੋਪਿੰਗ ਰੂਫ ਦੀ ਇੰਟਰਸੈਕਸ਼ਨ ਹੈ। ਔਰ ਥਰਡ ਇਜ਼ ਪਿਚ ਰੂਫ, ਆਪਾਂ ਇਹਦੀ ਸੈਂਟਰ ਲੈ ਲੈਣਾ। ਸੋ ਤਿੰਨ ਤਰੀਕੇ ਦੀ ਸਾਡੇ ਕੋਲ ਰੂਫਿੰਗ ਸਿਸਟਮ ਹੈਗਾ, ਉਹਦੇ ਵਿੱਚ ਹਾਈਟ ਆਫ ਬਿਲਡਿੰਗ ਆਪਾਂ ਕੈਲਕੂਲੇਟ ਕਰਨੀ ਹੈ। ਸੋ ਉਹ ਆਪਾਂ ਇਸ ਤਰੀਕੇ ਦੇ ਨਾਲ ਕਰਨੀ ਹੈ, ਠੀਕ ਹੈ। So in case of flat roof, from the average level of front road and continue to the highest point of the building, or pitch roof है up to where the external surface of outer wall intersects with the finished surface of sloping roof। और थर्ड है gable roof, ਉਹਦੇ ਵਿੱਚ ਆਪਾਂ ਮਿਡ ਪੁਆਇੰਟ ਲੈ ਲੈਣਾ ਰਿਜ ਦਾ, ਹਾਈਐਸਟ ਪੁਆਇੰਟ ਦਾ ਤੇ ਈਜ਼ ਦਾ, ਠੀਕ ਹੈ। ਔਰ ਇਹਦੇ ਵਿੱਚ ਇੱਕ ਹੋਰ ਮੇਨ ਪੁਆਇੰਟ ਹੈ ਕਿ ਆਰਕੀਟੈਕਚਰ ਫੀਚਰ ਸਰਵਿੰਗ ਨੋ ਅਦਰ ਫੰਕਸ਼ਨ ਐਕਸੈਪਟ ਫॉर ਡੈਕੋਰੇਸ਼ਨ। ਆਪਾਂ ਦੇਖਿਆ ਹੋਏਗਾ ਕਈ ਬਿਲਡਿੰਗ ਦੇ ਵਿੱਚ ਆਪਾਂ ਕੋਈ ਡਿਜ਼ਾਈਨ ਐਲੀਮੈਂਟਸ ਪਾਉਂਦੇ ਆ ਤਾਂ ਕਿ ਬਿਲਡਿੰਗ ਥੋੜੀ ਵਧੀਆ ਤਰੀਕੇ ਨਾਲ ਲੱਗੇ ਜਾਂ ਉਹਦੀ ਐਲੀਵੇਸ਼ਨ ਹੋਰ ਇੰਪਰੂਵ ਹੋ ਕੇ ਆਵੇ। ਸੋ ਉਹ ਜਿਹੜੀ ਚੀਜ਼ ਹੈਗੀ ਹੈ ਉਹਨੂੰ ਆਪਾਂ ਬਿਲਡਿੰਗ ਹਾਈਟ ਦੇ ਵਿੱਚ ਕਾਊਂਟ ਨਹੀਂ ਕਰਨਾ। ਫੋਰ ਐਗਜ਼ਾਮਪਲ ਇਹਦੀ ਵੀ ਆਪਾਂ ਇੱਕ ਐਗਜ਼ਾਮਪਲ ਲੈਂਦੇ ਹੁੰਦੇ ਹਾਂ। ਫੋਰ ਐਗਜ਼ਾਮਪਲ ਆਪਾਂ ਇੱਕ ਕੋਈ ਇਸ ਤਰੀਕੇ ਦੀ ਬਿਲਡਿੰਗ ਬਣਾਈ ਹੋਈ ਹੈ, ਉਸ ਦੇ ਵਿੱਚ ਮੈਂ ਕੁਝ ਇਸ ਤਰੀਕੇ ਦਾ ਡਿਜ਼ਾਈਨ ਐਲੀਮੈਂਟ ਪਾ ਦਿੰਦਾ, ਠੀਕ ਹੈ। ਇਹਦਾ ਕੋਈ ਪਰਪਸ ਨਹੀਂ ਹੈ, ਸਿਰਫ ਇੱਕ ਐਲੀਮੈਂਟ ਹੈ ਡਿਜ਼ਾਈਨ ਦਾ। ਤਾਂ ਮੈਂ ਇਹਦੀ ਜਿਹੜੀ ਹਾਈਟ ਹੈ ਉਹ ਇਸ ਹਿਸਾਬ ਨਾਲ ਨਹੀਂ ਲਵਾਂਗਾ, ਠੀਕ ਹੈ। ਦਿਸ ਇਜ਼ ਨੋਟ ਹਾਈਟ, ਇਹ ਵਾਲੀ ਹਾਈਟ ਨਹੀਂ ਲੈਣੀ ਆਪਾਂ। ਹਾਈਟ ਹੀ ਜੋ ਵੀ ਇਫੈਕਟਿਵ ਸਾਡੀ ਹੈਗੀ ਹੈ ਉੱਥੇ ਤੱਕ ਹੀ ਲਵਾਂਗੇ, ਠੀਕ ਹੈ। ਕਿਉਂਕਿ ਦਿਸ ਇਜ਼ ਡਿਜ਼ਾਈਨ ਐਲੀਮੈਂਟ, ਇਹਦੀ ਹਾਈਟ ਜ਼ਿਆਦਾ ਮੈਟਰ ਨਹੀਂ ਕਰੇਗੀ, ਠੀਕ ਹੈ। ਆਪਾਂ ਬਿਲਡਿੰਗ ਹਾਈਟ ਜਿਹੜੀ ਹੈ ਇਸ ਹਿਸਾਬ ਨਾਲ ਨਹੀਂ ਲਵਾਂਗੇ। ਨੈਕਸਟ ਇਜ਼ ਮਿਨੀਮਮ ਸੀਲਿੰਗ ਹਾਈਟ ਆਫ ਰੂਮਸ, ਕਿ ਘੱਟੋ ਘੱਟ ਜਿਹੜੀ ਛੱਤ ਆਪਾਂ ਦੇਣੀ ਹੈ
एक हैबिटेबल रूम वास्ते वो 9 फुट ਦੀ ਹੋਣੀ ਚਾਹੀਦੀ ਹੈ, ਉਹਦਾ ਬੋਟਮ ਜਿਹੜਾ ਹੈ 9 ਫੁੱਟ ਤੇ ਹੋਣਾ ਚਾਹੀਦਾ ਹੈ। ਜੇ ਬਿਲਡਿੰਗ 에ਅਰ ਕੰਡੀਸ਼ਨਡ ਹੈਗੀ ਹੈ ਤਾਂ ਆਪਾਂ ਉਹਨੂੰ 8 ਫੁੱਟ ਤੱਕ ਵੀ ਲੈ ਸਕਦੇ ਹਾਂ। ਠੀਕ ਹੈ, ਸੋ ਇਹ ਵੀ ਇੱਕ ਡੈਫੀਨੇਸ਼ਨ ਕਨਫਰਮਡ ਹੋ ਗਈ। ਸੋ ਇਹਦਾ ਮਤਲਬ ਇਹ ਹੈ ਕਿ ਜੇ ਆਪਾਂ ਹੈਬਿਟੇਬਲ ਰੂਮ ਬਣਾਉਣਾ ਤਾਂ ਘੱਟੋ ਘੱਟ ਉਹਦੀ 9 ਫੁੱਟ ਦੀ ਹਾਈਟ ਹੋਣੀ ਚਾਹੀਦੀ ਹੈ। ਠੀਕ ਹੈ, ਨੈਕਸਟ ਇਜ਼ ਬਿਲਡਿੰਗ ਲਾਈਨ। ਇਹਨੂੰ ਆਪਾਂ ਜੇ ਗੱਲ ਕਰੀਏ ਕਿ ਉਹ ਲਾਈਨ ਜਿੱਥੇ ਤੱਕ ਬਿਲਡਿੰਗ ਐਕਸਟੈਂਡ ਹੋ ਸਕਦੀ ਹੈ ਇਨ ਪਲਾਟ ਦੇ ਅੰਦਰ ਹੀ। ਠੀਕ ਹੈ, ਕਿੰਨੀ ਬਿਲਡਿੰਗ ਪਲਾਟ ਦੇ ਅੰਦਰ ਤੱਕ ਆ ਸਕਦੀ ਹੈ, ਮਤਲਬ ਕਿੰਨੀ ਜਗ੍ਹਾ ਅੱਗੋਂ ਦੀ ਆਪਾਂ ਛੱਡ, ਕਲੈਰਿਟੀ ਸਾਨੂੰ ਚਾਹੀਦੀ ਹੈਗੀ ਹੈ, ਆਫਸੈਟ ਚਾਹੀਦਾ ਹੈ, ਉਹ ਜਿਹੜੀ ਲਾਈਨ ਤੱਕ ਬਿਲਡਿੰਗ ਆ ਸਕਦੀ ਹੈ ਦੈਟ ਬਿਕਮਸ ਬਿਲਡਿੰਗ ਲਾਈਨ। ਠੀਕ ਹੈ, ਇਹਨੂੰ ਆਪਾਂ ਜੇ ਸਕੈਚ ਕਰਾਂਗੇ ਤਾਂ ਸਾਨੂੰ ਜ਼ਿਆਦਾ ਵਧੀਆ ਤਰੀਕੇ ਨਾਲ ਸਮਝ ਆਏਗਾ। ਸੋ ਇਹਦੇ ਵਿੱਚ ਇੱਕ ਸਕੈਚ ਹੋਇਆ ਪਿਆ ਹੈ। ਸੋ ਜੇ ਬਿਲਡਿੰਗ ਮੇਰੀ ਜਿਹੜੀ ਮੰਨ ਲਓ ਇਸ ਤਰੀਕੇ ਦੀ ਰੋਡ ਹੈਗੀ ਹੈ ਇੱਕ ਮੇਰੇ ਕੋਲ। ਠੀਕ ਹੈ, ਉਹ ਰੋਡ ਦੇ ਨਾਲ ਨਾਲ ਇੱਕ ਘੱਟੋ ਘੱਟ ਮਿਨੀਮਮ ਜਿਹਦੀ ਜਗ੍ਹਾ ਆਪਾਂ ਛੱਡ ਰਹੇ ਹਾਂ ਦੋਨਾਂ ਪਾਸੇ। ਠੀਕ ਹੈ, ਤਾਂ ਕਿ ਉਹ ਮੇਨਟੇਨ ਰਵੇ ਇੱਕ ਆਫਸੈਟ, ਦੈਟ ਇਜ਼ ਬਿਲਡਿੰਗ ਲਾਈਨ। ਬਿਲਡਿੰਗ ਜਿਹੜੀ ਹੈ ਉਹ ਇਸ ਲਾਈਨ ਤੱਕ ਆ ਸਕਦੀ ਹੈ ਵੱਧ ਤੋਂ ਵੱਧ ਇਸ ਪਲਾਟ ਦੇ ਵਿੱਚ, ਇਸ ਪਲਾਟ ਇੱਥੇ ਤੱਕ ਆ ਸਕਦੀ ਹੈ, ਇਸ ਪਲਾਟ ਦੇ ਵਿੱਚ ਇੱਥੇ ਤੱਕ ਆ ਸਕਦੀ ਹੈ। ਠੀਕ ਹੈ, ਸੋ ਇਟ ਕਮਸ ਅੰਡਰ ਬਿਲਡਿੰਗ ਲਾਈਨ। ਅਦਰਵਾਈਜ਼ ਇੱਕ ਡੈਫੀਨੇਸ਼ਨ ਆਪਾਂ ਪੜਾਂਗੇ ਆਫਸੈਟ ਹੈ, ਉਹਦੇ ਵਿੱਚ ਹੈ ਕਿ ਪਲਾਟ ਦਾ ਕਿੰਨਾ ਅੰਦਰ ਤੱਕ ਆਫਸੈਟ ਘੱਟੋ ਘੱਟ ਹੋਣਾ ਚਾਹੀਦਾ ਹੈ। ਉਹ ਆਫਸੈਟ ਅਲੱਗ ਹੋਏਗਾ ਔਰ ਬਿਲਡਿੰਗ ਲਾਈਨ ਅਲੱਗ ਹੋਏਗੀ, ਔਰ ਮੈਚ ਵੀ ਕਰ ਸਕਦੀ ਹੈ ਬਟ ਜਨਰਲੀ ਅਲੱਗ ਹੁੰਦੀ ਹੈ, ਕਿਉਂਕਿ ਬਿਲਡਿੰਗ ਲਾਈਨ ਇਜ਼ ਡਿਪੈਂਡੈਂਟ ਅਪੋਨ ਦਾ ਕਿ ਜਿਹੜਾ ਰੋਡ ਨੈਟਵਰਕ ਹੈ ਉਹ ਕਿਸ ਤਰੀਕੇ ਦਾ ਹੈਗਾ ਹੈ ਔਰ ਓਵਰਆਲ ਕੰਟਰੋਲਸ ਕਿਸ ਤਰੀਕੇ ਨਾਲ ਸੋਚੇ ਗਏ ਨੇ। ਇਹਦੀ ਇੱਕ ਐਗਜ਼ਾਮਪਲ ਆਪਾਂ ਦੇਖੀਏ ਤਾਂ ਅਰਬਨ ਐਸਟੇਟਸ ਆਪਾਂ ਜਿੰਨੇ ਵੀ ਦੇਖਦੇ ਹੈਗੇ ਆ, ਜਾਂ ਜਿਹੜੀ ਵੀ ਪੁੱਡਾ ਦੀਆਂ ਕਲੋਨੀਜ਼ ਹੈਗੀਆਂ ਨੇ, ਉਹਦੇ ਵਿੱਚ ਇੱਕ ਬਿਲਡਿੰਗ ਲਾਈਨ ਤੁਹਾਨੂੰ ਮਿਲੇਗੀ ਕਿ ਜੀ ਇਸ ਤੋਂ ਅੱਗੇ ਤਾਂ ਬਿਲਡਿੰਗ ਆ ਹੀ ਨਹੀਂ ਸਕਦੀ। ਅਰਬਨ ਐਸਟੇਟ 'ਚ ਆਪਾਂ ਸਾਰੇ ਘਰ ਦੇਖਾਂਗੇ ਉਹ ਰੋਡ ਤੋਂ ਇੱਕ ਆਫਸੈਟ ਛੱਡ ਕੇ ਪਲਾਟ ਸ਼ੁਰੂ ਹੋ ਰਹੇ ਨੇ, ਉਸ ਪਲਾਟ ਲਾਈਨ ਤੋਂ ਬਾਅਦ ਵੀ ਉਹਨਾਂ ਨੇ ਇੱਕ ਲਾਈਨ ਹੈਗੀ ਆ, ਉੱਥੇ ਤੱਕ ਕੋਈ ਬਿਲਡਿੰਗ ਨਹੀਂ ਆ ਰਹੀ ਹੈਗੀ, ਉਸ ਤੋਂ ਪਿੱਛੇ ਬਿਲਡਿੰਗ ਸਟਾਰਟ ਹੁੰਦੀ ਹੈ, ਦੈਟ ਇਜ਼ ਅ ਬਿਲਡਿੰਗ ਜਾਂ ਕੰਟਰੋਲ ਲਾਈਨ। ਠੀਕ ਹੈ, ਆਈ ਹੋਪ ਕਿ ਇੱਥੇ ਤੱਕ ਤੁਹਾਨੂੰ ਹੁਣ ਸਾਰਿਆਂ ਨੂੰ ਸਮਝ ਆ ਗਿਆ ਹੋਵੇਗਾ।